ਤੁਸੀਂ ਸੁਣ ਰਹੇ ਹੋ ਭਾਈ ਵੀਰ ਸਿੰਘ ਜੀ ਦਾ ਨੋਵਲ ਸਤਵੰਤ ਕੌਰ ਦਾ 17ਵਾਂ ਕਾਂਡ। ਚੁੱਪਚਾਪ ਰਾਤ ਛਾ ਗਈ। ਲੋਕੀ ਨੀਂਦ ਦੀ ਗੋਦ ਵਿੱਚ ਹਨ। ਜੀ ਨਹੀਂ ਸੁਰਕਦਾ, ਪੰਛੀ ਨਹੀਂ ਡੋਲਦਾ, ਹਵਾ ਤੱਕ ਨਹੀਂ ਰੁਮਕਦੀ। ਸੰਨਾਟਾ ਛਾ ਰਿਹਾ ਹੈ। ਆਕਾਸ਼ ਵਿੱਚ ਡਲਕ ਡਲਕ ਕਰਦੇ ਤਾਰੇ ਚੁੱਪਚਾਪ ਟੁਰੇ ਜਾ ਰਹੇ ਹਨ। ਕਾਬਲ ਦੇ ਰੜੇ ਵਿੱਚ ਕਾਫਲਾ ਪਿਆ ਹੈ, ਜਿਸਨੇ ਪਿਸ਼ੌਰ ਤੱਕ ਵਪਾਰ ਕਰਕੇ ਮੁੜਨਾ ਸੀ। ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿੱਚ ਘੇਰਿਆ ਗਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁੱਕੀ ਹੈ ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ ਹੈ, ਪਰ ਜਿਸ ਹਿੱਸੇ ਦੀ ਨਹੀਂ ਹੋਈ ਉਸ ਵਿੱਚ ਬੇਚੈਨੀ ਜਿਹੀ ਹੈ। ਜ਼ਾਲਮ ਨੀਂਦ ਨੇ ਤਦ ਵੀ ਅੱਖਾਂ ਮੇਲ ਕੇ ਸਵਾਲ ਦਿੱਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੁਰੀ ਬੇਚੈਨ ਹਨ। ਸੁੱਤੇ ਨਹੀਂ ਬੈਠੇ ਹਨ। ਅਰਨੈਣ ਆਕਾਸ਼ ਵੱਲ ਤੇ ਸੁਰਤ ਆਕਾਸ਼ਾਂ ਦੇ ਸਾਈਂ ਵੱਲ ਲੱਗੀ ਹੋਈ ਹੈ। ਪਰਦੇ ਖੁੱਲ੍ਹ ਜਾਣ ਦਾ ਭੈ ਹੈ। ਸਵੇਰੇ ਤਲਾਸ਼ੀ ਹੋਣੀ ਹੈ ਤੇ ਜਾਮਾ ਤਲਾਸ਼ੀ ਹੋਣੀ ਹੈ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਜਨਾਨੀ ਹਾਂ ਅਰ ਮਰਦਾਵੇਂ ਭੇਸ ਵਿੱਚ ਹਾਂ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ। ਬਸ ਫੇਰ ਬੰਦੀ ਤੇ ਬੰਦੀ ਨਾਲ ਤਸੀਹੇ ਤੇ ਮੌਤ। ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿੱਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ, ਪਰ ਹੁਣ ਜੀ ਸਗੋਂ ਕੁਛ ਇਕੱਠਾ ਹੁੰਦਾ ਜਾਂਦਾ ਹੈ ਤੇ ਸੁਰਤ ਜੁੜਦੀ ਜਾਂਦੀ ਹੈ। ਸੋਚਾਂ ਰੋੜਨ ਲੱਗਦੀਆਂ ਹਨ। ਤਦ ਮਨ ਨੂੰ ਆਵਾਜ਼ ਆਉਂਦੀ ਹੈ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਹਾਂ ਇਹ ਮਨ ਮੇਰਿਆ, ਤੂੰ ਸਦਾ ਰਹਿ ਹਰ ਨਾਲੇ। ਇਨ੍ਹਾਂ ਸੋਚਾਂ ਦੀਆਂ ਫੇਟਾਂ ਤੇ ਸਿਦਕ ਦੇ ਹੰਭਲਿਆਂ ਤੇ ਸੁਰਤ ਲਹਾਂ ਚੜਾਵਾਂ ਵਿੱਚ ਅੱਧੀ ਰਾਤ ਲੰਘ ਗਈ। ਹਜੇ ਤੱਕ ਕੋਈ ਡੌਲ ਨਹੀਂ ਸੁੱਝੀ। ਸਿਦਕ ਵਾਲੀ ਭਰੋਸੇ ਵਿੱਚ ਜੁੜ ਜੁੜ ਅੰਦਰੋਂ ਉੱਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉੱਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰ ਕੇ ਫੇਰ ਬੈਠ ਜਾਂਦੀ ਹੈ। ਅਖੀਰ ਉੱਠੀ ਅਰ ਇੱਕ ਪਾਸੇ ਵੱਲੋਂ ਖਿਸਕ ਜਾਣ ਦੀ ਸੋਚੀ, ਪਰ ਥੋੜੇ ਹੀ ਕਦਮਾਂ ਤੇ ਪੈਰਾ ਖੜਾ ਸੀ। ਦਬਕ ਕੇ ਬੈਠ ਗਈ। ਮਲਕੜੇ ਜਿਹੇ ਫੇਰ ਮੁੜੀ, ਇੱਕ ਹੋਰ ਪਾਸੇ ਵੱਲੋਂ ਤਿਲਕਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਅਹੁਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫੇਰ ਮਲਕੜੇ ਪੈਰੀ ਆਪਣੇ ਬਿਸਤਰੇ ਤੇ ਆ ਟਿਕੀ। ਇਹ ਅਹੁਦੇਦਾਰ ਜੀ ਫਿਰਦੇ ਫਿਰਦੇ ਨੇੜੇ ਕੁ ਆ ਕੇ ਖੜੋ ਗਏ। ਚਾਰ ਚੁਫੇਰੇ ਨਜ਼ਰ ਮਾਰੀ ਸਾਰੇ ਸੁੱਤੇ ਪਏ ਪਾਸੇ। ਫੇਰ ਇਸਨੇ ਆਪਣੇ ਆਪ ਨੂੰ ਹੌਲੇ ਜਿਹੇ ਆਖਿਆ, ਸਭ ਸੁੱਤੇ ਪਏ ਹਨ, ਸਾਰੇ ਪਠਾਨ ਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲੱਗੇ ਕਿ ਬੁਤਾਲਾ ਕੀ ਹੈ ਤੇ ਕਿੱਥੇ ਹੈ? ਪਤਾ ਨਹੀਂ ਸੱਚ ਹੈ ਕਿ ਝੂਠ। ਉਫ ਕੀ ਕੁਛ ਪਤਾ ਨਹੀਂ ਕੀ ਕਰਾਂ। ਅੱਛਾ ਖੈਰ ਹਜੇ ਤੱਕ ਕੋਈ ਡੌਲ ਨਹੀਂ। ਕੱਲ ਟੁਰ ਪਏ ਅੱਗੇ ਤਾਂ ਫਿਰ ਕੀ ਬਣਨਾ ਹੈ। ਇਸ ਪਠਾਨ ਹੁੱਦੇਦਾਰ ਨੂੰ ਮਨ ਦੀਆਂ ਗੱਲਾਂ ਕਰਦਿਆਂ ਕੁਛ ਬਰੀਕ ਜਿਹੀ ਆਵਾਜ਼ ਕਰਨੀ ਪਈ। ਖਿਆਲ ਕੀਤਾ ਤਾਂ ਇੱਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ੍ਹ ਰਹੀ ਹੈ। ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗੈਰ ਜ਼ੁਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕਈ ਸਿੱਖ ਹੈ ਅਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੁ ਮਗਰੋਂ ਇਸ ਨੂੰ ਸਾਫ਼ ਸਮਝ ਪੈਣ ਲੱਗ ਗਈ ਕਿ ਠੀਕ ਇਹ ਉਹ ਸ਼ੈ ਹੈ ਜਿਸ ਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਹੁ ਕੱਢਣ ਦਾ ਸ਼ੌਂਕ ਕਾਹਲਾ ਹੋ ਗਿਆ। ਵੇਲਾ ਇਕਾਂਤ ਦਾ ਸੀ। ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰਵੀਂ ਪੜਤਾਲ ਕਰ ਰਿਹਾ ਸੀ। ਅੱਗੇ ਵੱਧ ਕੇ ਜਵਾਨ ਨੂੰ ਆ ਹਿਲਾਇਓ ਸੂ ਤੇ ਕਹਿਣ ਲੱਗਾ, ਤੂੰ ਕੌਣ ਹੈ ਭਾਈ? ਜਸਵੰਤ। ਮੁਸਾਫਰ ਹਾਂ। ਹੁੱਦੇਦਾਰ। ਕਿੱਥੇ ਜਾਂਦਾ ਹੈ? ਜਸਵੰਤ। ਹਿੰਦੁਸਤਾਨ ਵੱਲ। ਹੁੱਦੇਦਾਰ। ਕਦੇ ਅੱਗੇ ਵੀ ਗਿਆ ਹੈ ਜਾਂ ਪਹਿਲੇ ਵੇਰ? ਜਸਵੰਤ। ਮੈਂ ਸਰਹਿੰਦ ਦਾ ਜਾਣੂ ਹਾਂ। ਹੁੱਦੇਦਾਰ। ਬੁਤਾਲਾ ਵੀ ਡਿੱਠਾ ਹੈ? ਜਸਵੰਤ। ਬੁਤਾਲਾ ਤਾਂ ਨਹੀਂ, ਵਟਾਲਾ ਹੈ। ਹੁੱਦੇਦਾਰ। ਹਾਂ ਵਟਾਲਾ, ਵਟਾਲਾ ਉਹ ਕੀ ਥਾਂ ਹੈ? ਜਸਵੰਤ। ਮੁਸਲਮਾਨਾਂ ਦੇ ਮਦਰਸੇ ਤੇ ਪੁਸਤਕਾਲੇ ਉੱਥੇ ਹਨ। ਹੁੱਦੇਦਾਰ। ਹਾਂ ਠੀਕ, ਤੈਨੂੰ ਪੰਜਾਬ ਦੀ ਖਬਰ ਹੈ? ਜਸਵੰਤ। ਕੁਛ ਥੋੜ੍ਹੀ ਬਹੁਤੀ ਹੈ ਹੀ। ਹੁੱਦੇਦਾਰ। ਕੀ ਸਬੱਬ? ਜਸਵੰਤ। ਪਿੱਛਾ ਪੰਜਾਬ ਦਾ ਜੁ ਹੋਇਆ। ਹੁੱਦੇਦਾਰ। ਨਾਦਰ ਸ਼ਾਹ ਕੈਦ ਕਰਕੇ ਲਿਆਇਆ ਸੀ? ਜਸਵੰਤ। ਜੀ ਨਹੀਂ, ਪਰ ਉਂਝ ਅਸੀਂ ਉੱਧਰ ਦੇ ਹੀ ਹਾਂ। ਹੁੱਦੇਦਾਰ। ਪੰਜਾਬ ਵਿੱਚ ਤੂੰ ਕਿਸੇ ਦਾ ਜਾਣੂ ਹੈ? ਜਸਵੰਤ। ਕਿਸੇ ਕਿਸੇ ਦਾ। ਹੁੱਦੇਦਾਰ। ਆਸ ਕੌਰ ਨਾਮ ਸੁਣਿਆ ਹੈ? ਜਸਵੰਤ। ਬੜੀ ਡੂੰਘੀ ਸੋਚ ਸੋਚ ਕੇ ਤੇ ਵਟਾਲੇ ਦਾ ਧਿਆਨ ਆ ਕੇ, ਜੀ ਹਾਂ ਵਟਾਲੇ ਤੋਂ ਇਹ ਮਾਈ ਆਸ ਕੌਰ ਆਪਣੇ 2-3 ਵਰ੍ਹੇ ਦੇ
ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗੁਲਾਮਾਂ ਵਿੱਚ ਕਿਸੇ ਧੋਖ ਨਾਲ ਫਸ ਗਈ ਸੀ ਅਤੇ ਜਕੜਬੰਦ ਕੀਤੀ ਇੱਧਰ ਲਿਆਂਦੀ ਗਈ ਸੀ। ਹੁੱਦੇਦਾਰ: ਫਿਰ ਉਸਦਾ ਕੀ ਹੋਇਆ ਸੀ? ਜਸਵੰਤ: ਅਟਕ ਪਾਸ ਸਿੱਖ ਆ ਕੇ ਹਿੰਦੂ ਕੈਦੀ ਛੁਡਾ ਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲੱਭੀ ਸੀ। ਪਤਾ ਨਹੀਂ ਲੱਗਾ ਕਿ ਉਸਦਾ ਕੀ ਹਾਲ ਹੋਇਆ। ਇਉਂ ਵੀ ਸੁਣਿਆ ਸੀ ਕਿ ਆਸ ਕੌਰ ਨਾਲ ਇੱਕ ਪਹਾੜਨ ਖਿਡਾਵੀ ਨੌਕਰ ਸੀ, ਨੁਕਰੋ ਉਸਦਾ ਨਾਮ ਸੀ, ਉਹ ਵੀ ਨਾਲ ਹੀ ਕੈਦ ਪਈ ਸੀ, ਪਰ ਤਿੰਨਾਂ ਸ਼ਰੀਰਾਂ ਦਾ ਫਿਰ ਕੁਛ ਪਤਾ ਨਹੀਂ ਲੱਗਾ। ਹੁੱਦੇਦਾਰ: ਐ ਨੌਜਵਾਨ, ਤੈਨੂੰ ਐਤਨੇ ਹਾਲ ਕਿਸ ਤਰ੍ਹਾਂ ਮਾਲੂਮ ਹਨ? ਜਸਵੰਤ: ਸੁਣੇ ਸੁਣਾਏ। ਹੁੱਦੇਦਾਰ: ਤੂੰ ਇਸ ਵੇਲੇ ਤੱਕ ਜਾ ਕਿਉਂ ਰਿਹਾ ਹੈ? ਜਸਵੰਤ: ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ। ਹੁੱਦੇਦਾਰ: ਕਿਉਂ? ਜਸਵੰਤ: ਗੁਰੂ ਨਾਨਕ ਦਾ ਹੁਕਮ ਹੈ ਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਤੇ ਹੱਥਾਂ ਨਾਲ ਕੰਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ। ਹੁੱਦੇਦਾਰ: ਤੂੰ ਬੜਾ ਨੇਕ ਬੰਦਾ ਮਾਲੂਮ ਹੁੰਦਾ ਹੈ। ਦਿਲ ਨਾਲ ਮੱਥਾ ਡਾਢਾ ਹੀ ਪਿਆਰਾ ਹੈ, ਬੋਲੀ ਬਹੁਤ ਹੀ ਮਿੱਠੀ ਤੇ ਅਕਲ ਬਹੁਤ ਹੀ ਸੁਥਰੀ ਹੈ। ਭਲਾ ਇਹ ਦੱਸ ਖਾਂ ਆਸ ਕੌਰ ਦਾ ਪਤੀ ਹੈ ਔਰ ਉਸਦਾ ਕੁਛ ਨਾਮ ਹੈ? ਜਸਵੰਤ: ਹੈ, ਉਸਦਾ ਨਾਮ ਸ਼ਤਰੂਜੀਤ ਸਿੰਘ ਹੈ। ਇੱਕ ਉਸਦੀ ਕਾਕੀ ਹੈ, ਉਹ ਬੜੀ ਸੁੰਦਰ, ਪਰਮੇਸ਼ਰ ਦੀ ਪਿਆਰੀ ਤੇ ਨੇਕ ਹੈ, ਨਿਰੀ ਆਪਣੀ ਮਾਂ ਦੀ ਨੁਹਾਰ ਹੀ ਸੁਣੀਂਦੀ ਹੈ। ਹੁੱਦੇਦਾਰ: ਦੇਖੀ ਨਹੀਂ? ਜਸਵੰਤ: ਸੁਣੀ ਹੈ। ਹੁੱਦੇਦਾਰ: ਕੀ ਤੂੰ ਹਿੰਦੁਸਤਾਨ ਵਿੱਚ ਹੋਵੇਂ ਤਾਂ ਉਸ ਕਾਕੀ ਦਾ ਪਤਾ ਕਰ ਲਵੇਂ? ਜਸਵੰਤ: ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੰਮ ਲਈ ਲੋੜ ਪਵੇ ਤਾਂ ਯਤਨ ਕਰ ਸਕਾਂ। ਹੁੱਦੇਦਾਰ: ਦਾਨਾ ਹੈ। ਜਸਵੰਤ: ਹਾਂ ਜੀ, ਸੁਣਿਆ ਹੈ ਕਿ ਆਪਣੇ ਵੀਰ ਤੇ ਮਾਂ ਨੂੰ ਯਾਦ ਕਰਕੇ ਜਦ ਗੀਤ ਗਾਉਂਦੀ ਹੈ ਤਾਂ ਪੱਥਰ ਪਗਰ ਜਾਂਦੇ ਹਨ। ਹੁੱਦੇਦਾਰ: ਉਰੇ ਆ ਜਾ। ਜਸਵੰਤ: ਹੁਕਮ। ਹੁੱਦੇਦਾਰ: ਤੇਰੇ ਪਾਸ ਕੋਈ ਹਥਿਆਰ ਹੈ? ਜਸਵੰਤ: ਕਟਾਰ ਹੈ। ਹੁੱਦੇਦਾਰ: ਮੈਨੂੰ ਦੇ ਦੇ। ਜਸਵੰਤ: ਮੈਂ ਆਪਣੀ ਰੱਖਿਆ ਲਈ ਪਾਸ ਕੀ ਰੱਖਾਂ? ਹੁੱਦੇਦਾਰ: ਮੇਰਾ ਹੁਕਮ ਮੋੜਨਾ ਕਿਤਨਾ ਬੁਰਾ ਹੈ। ਜਸਵੰਤ: ਠੀਕ ਹੈ, ਪਰ ਮੈਨੂੰ ਕਾਰਨ ਤਾਂ ਦੱਸੋ। ਹੁੱਦੇਦਾਰ: ਮੈਂ ਤੈਨੂੰ ਕੈਦ ਕਰਨਾ ਹੈ। ਜਸਵੰਤ: ਕਿਸ ਕਸੂਰ ਬਦਲੇ? ਹੁੱਦੇਦਾਰ: ਕਸੂਰ ਕੋਈ ਨਹੀਂ, ਮੈਨੂੰ ਤੇਰੀ ਕੁਛ ਲੋੜ ਹੈ, ਜਦ ਮੇਰਾ ਕੰਮ ਹੋ ਜਾਏਗਾ ਛੱਡ ਦਿਆਂਗਾ। ਜਸਵੰਤ: ਫਿਰ ਕੈਦ ਦੀ ਕੀ ਲੋੜ ਹੈ? ਹੁਕਮ ਦਿਓ, ਕੰਮ ਨੇਕ ਹੈ ਤਾਂ ਮੈਂ ਕਰ ਦਿਆਂਗਾ। ਹੁੱਦੇਦਾਰ: ਮੈਂ ਕੁਛ ਨਹੀਂ ਕਹਿ ਸਕਦਾ, ਮੈਂ ਮੁੱਦਤ ਤੋਂ ਤੇਰੇ ਵਰਗੇ ਦੀ ਢੂੰਡ ਵਿੱਚ ਸਾਂ, ਖਬਰੇ ਤੈਥੋਂ ਕੰਮ ਚੱਲੇ। ਜਸਵੰਤ: ਫਿਰ ਮੈਨੂੰ ਬੇਗੁਨਾਹ ਨੂੰ ਆਪਣੀ ਲੋੜ ਬਦਲੇ ਕੈਦ ਕਿਉਂ ਕਰਨਾ? ਹੁੱਦੇਦਾਰ: ਮੇਰੀ ਮਰਜ਼ੀ। ਜਸਵੰਤ: ਇਨਸਾਫ ਇਨਸਾਫ ਹੁੱਦੇਦਾਰ: ਇਨਸਾਫ 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 ਹੁੰਦਾ ਤਾਂ ਤੇਰੀ ਲੋੜ ਕਿਉਂ ਪੈਂਦੀ? ਹੁਣ ਬੋਲਣ ਦਾ ਵੇਲਾ ਨਹੀਂ, ਚੁੱਪਚਾਪ ਟੁਰ ਪਓ, ਨਹੀਂ ਤਾਂ ਖੈਰ ਨਹੀਂ ਹੈ। ਜਸਵੰਤ: ਇੱਕ ਗੱਲ ਸੁਣ ਲਓ ਤੇ ਵਿਚਾਰ ਲਓ। ਮਾਲੂਮ ਹੁੰਦਾ ਹੈ ਕਿ ਤੁਸੀਂ ਕਿਸੇ ਭਾਲ ਵਿੱਚ ਹੋ, ਅਰ ਜਿਸ ਮਾਮਲੇ ਦੀ ਭਾਲ ਹੈ ਉਹ ਕੋਈ ਮਾਮਲਾ ਗੁੱਝਾ ਭੇਤ ਹੈ ਜਿਸ ਦੇ ਪ੍ਰਗਟ ਹੋਣ ਦਾ ਤੁਹਾਨੂੰ ਡਰ ਹੈ, ਔਰ ਉਸ ਮਾਮਲੇ ਦੇ ਸੰਬੰਧ ਵਿੱਚ ਬਹੁਤ ਸਾਰੇ ਨਾਮ ਤੁਹਾਡੇ ਪੁੱਛਣ ਤੋਂ ਮੈਨੂੰ ਮਾਲੂਮ ਹੋ ਗਏ ਹਨ। ਜੇਕਰ ਤੁਸੀਂ ਮੇਰੇ ਨਾਲ ਜ਼ਬਰ ਕੀਤਾ, ਕੈਦ ਪਾਇਆ, ਤਦ ਮੈਂ ਖੈਰ ਮਦਦ ਝੱਲ ਲਈ ਸਹੀ, ਪਰ ਜਦ ਕਿਸੇ ਅੱਗੇ ਉਹ ਸਾਰੇ ਨਾਮ ਕਹਿ ਕੇ ਮੈਂ ਕੁਛ ਦਾ ਭੇਤ ਦੱਸ ਦਿੱਤਾ, ਤਦ ਉਹ ਗੱਲ ਪ੍ਰਗਟ ਹੋ ਕੇ ਇਸ ਤਰ੍ਹਾਂ ਫੁੱਟੇਗੀ ਕਿ ਤੁਹਾਡਾ ਸਾਰਾ ਮਾਮਲਾ ਚੌੜ ਹੋ ਜਾਏਗਾ। ਭਾਵੇਂ ਮੈਂ ਮਾਰਿਆ ਜਾਵਾਂ, ਪਰ ਤੁਹਾਡਾ ਕੰਮ ਤੇ ਤੁਸੀਂ ਚੌੜ ਹੋ ਜਾਸੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁਛ ਨਾ ਲੱਭਾ, ਤੇ ਜੇ ਤੁਸੀਂ ਮੈਨੂੰ ਕੈਦ ਨਾ ਪਾਓ, ਪਿਆਰ ਕਰੋ, ਮੈਂ ਦੁਖੀ ਹਾਂ, ਇਸ ਵੇਲੇ ਮੇਰਾ ਦਰਦ ਕਰੋ, ਆਪਣਾ ਸ਼ੁਕਰਗੁਜ਼ਾਰ ਬਣਾਓ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆ ਮੈਂ ਖੁਸ਼ੀ ਨਾਲ ਆਪ ਦੀ ਸੇਵਾ ਵੀ ਕਰਾਂ ਤੇ ਆਪ ਦਾ ਭੇਤ ਵੀ ਰੱਖਾਂ। ਮੈਨੂੰ ਤੁਹਾਡੀ ਗੱਲਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ। ਤੁਹਾਡੀ ਆਵਾਜ਼ ਨਰਮ ਹੈ, ਵਿੱਚ ਕੁਛ ਸੋਚ ਤੇ ਵਿਚਾਰ ਦਾ ਮਾਦਾ ਹੈ, ਤਰਪਕਦੇ ਹੋ, ਕੋਈ ਭੈ ਵੀ ਹੈ। ਐਸੇ ਹਾਲ ਵਿੱਚ ਹੋਰ ਦੁੱਖ ਕਾਸ ਨੂੰ ਦਿੰਦੇ ਹੋ? ਹੁੱਦੇਦਾਰ ਡੂੰਘੀਆਂ ਸੋਚਾਂ ਵਿੱਚ ਲੈ ਗਿਆ। ਮਨ ਨੇ ਸੋਚਿਆ ਕਿ ਮੇਰੇ ਭੇਦ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਅਰ ਜੇ ਇਹ ਇਹਨਾਂ ਨੂੰ ਪ੍ਰਗਟ ਕਰੇ ਤਾਂ ਸੱਚਮੁੱਚ ਮੇਰਾ ਸਾਰਾ ਮਨਸੂਬਾ ਮਿੱਟੀ ਵਿੱਚ ਮਿਲ ਜਾਏਗਾ। ਮੈਂ ਆਪਣੇ ਸ਼ੌਂਕ ਤੇ ਬੇਚੈਨੀ ਦੀ ਕਾਲ ਵਿੱਚ ਮੂਰਖਤਾ ਕਰ ਬੈਠਾ ਸਾਂ। ਇਸ ਨੂੰ ਕੈਦ ਪਾਉਣਾ, ਮਾਰ ਦੇਣਾ ਮੇਰੇ ਵੱਸ ਵਿੱਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਕ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜਿਉਂਦੇ ਰਹਿਣਾ ਮੈਨੂੰ ਮੇਰੇ ਕੰਮ ਵਿੱਚ ਮਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ, ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤਰ ਬਣਾਈਏ ਤੇ ਕੰਮ ਸੁਆਰੀਏ। ਇਸ ਤਰ੍ਹਾਂ ਦੇ ਡੂੰਘੇ ਵਹਿਣਾਂ ਵਿੱਚ ਡੁੱਬ ਡੁੱਬ ਕੇ ਹੱਸਿਆ ਤੇ ਕਹਿਣ ਲੱਗਾ, ਨੌਜਵਾਨ, ਤੂੰ ਬਹੁਤ ਸ਼ਾਤਰ ਹੈ। ਦੱਸ ਜੋ ਤੈਨੂੰ ਕੀ ਖੇਚਲ ਹੈ, ਜਿਸ ਵਿੱਚ ਮੈਂ ਮਦਦ ਕਰਾਂ ਤਾਂ ਤੂੰ ਮੇਰਾ ਅਹਿਸਾਨ ਮੰਨੇ। ਜਸਵੰਤ:
ਮੈਂ ਦੱਸਣ ਨੂੰ ਹਾਜ਼ਰ ਹਾਂ, ਪਰ ਪਹਿਲੇ ਮੇਰੇ ਨਾਲ ਇਕਰਾਰ ਕਰੋ ਕਿ ਮੇਰੇ ਨਾਲ ਮਿੱਤਰਤਾ ਕਰੋਗੇ। ਹੁੱਦੇਦਾਰ, ਅਗਰ ਤੂੰ ਮੇਰੇ ਕੰਮ ਵਿੱਚ ਮਦਦ ਕਰੇਗਾ ਤਾਂ। ਜਸਵੰਤ, ਜੇ ਆਪ ਦਾ ਕੰਮ ਪਾਪ ਨਹੀਂ ਤਾਂ। ਹੁੱਦੇਦਾਰ, ਮੇਰਾ ਕੰਮ ਪਾਪ ਦਾ ਨਹੀਂ ਸਗੋਂ ਨੇਕੀ ਦਾ ਹੈ। ਜਸਵੰਤ, ਕੁਛ ਦੱਸ ਸਕਦੇ ਹੋ? ਹੁੱਦੇਦਾਰ, ਨਹੀਂ ਇਸ ਵੇਲੇ ਨਹੀਂ, ਪਰ ਜੇ ਮੇਰੀ ਮਦਦ ਕੀਤੀ ਤਾਂ ਜ਼ਰੂਰ। ਜਸਵੰਤ, ਮੇਰਾ ਭਰਮ ਹੈ ਕਿ ਤੁਸੀਂ ਜਿਸ ਭੈ ਕਰਕੇ ਮੇਰਾ ਇਤਬਾਰ ਨਹੀਂ ਕਰਦੇ ਉਹ ਵੀ ਭੈ ਗਲਤ ਹੈ, ਸਗੋਂ ਆਪ ਦੇ ਪਿਆਰ ਦਾ ਕਾਰਨ ਉੱਥੇ ਹੈ। ਹੁੱਦੇਦਾਰ, ਸ਼ਾਇਦ। ਜਸਵੰਤ, ਫਿਰ ਕੌਲ ਦਿਓ। ਹੁੱਦੇਦਾਰ, ਤੂੰ ਨੁਕਰੋਂ ਦਾ ਜਾਣੂ ਹੈ? ਜਸਵੰਤ, ਨਹੀਂ। ਹੁੱਦੇਦਾਰ, ਕਾਬਲ ਵਿੱਚ ਉਸਨੂੰ ਕਦੇ ਡਿੱਠਾ ਹੈ? ਜਸਵੰਤ, ਸਿਆਣ ਨਹੀਂ, ਭਾਵੇਂ ਡਿੱਠਾ ਹੀ ਹੋਵੇ। ਹੁੱਦੇਦਾਰ, ਅੱਛਾ ਮੈਂ ਫੇਰ ਆਉਂਦਾ ਹਾਂ। ਇਹ ਕਹਿ ਕੇ ਆਪ ਟੁਰ ਗਿਆ, ਪਤਾ ਨਹੀਂ ਕਿਉਂ, ਪਰ ਇਸ ਵੇਲੇ ਜਸਵੰਤ ਨੂੰ ਉਸਦੀਆਂ ਗੱਲਾਂ ਤੇ ਅਥਰੂ ਮਾਲੂਮ ਹੁੰਦੇ ਸਨ, ਅਰ ਜਸਵੰਤ ਦੇ ਭਾਣੇ ਉਹ ਆਪਣੇ ਨਾ ਰੁਕਦੇ ਅਥਰੂ ਹੀ ਛੁਪਾਉਣ ਵਾਸਤੇ ਚਲਾ ਗਿਆ ਸੀ। ਥੋੜੀ ਹੀ ਦੇਰ ਬਾਅਦ ਉਹ ਫੇਰ ਆ ਗਿਆ। ਚੰਦਰਮਾ ਚੜ੍ਹ ਪਿਆ ਸੀ। ਚਾਂਦਨੀ ਦੀ ਡਲਕ ਦੱਸਦੀ ਸੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੇ ਹਾਕਮ, ਪਰ ਕਿਸੇ ਡਾਢੀ ਖਿੱਚ ਅਰ ਭਾਰ ਹੇਠ ਦੱਬਿਆ ਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇੱਕ ਦਾਉ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸਕਾਂ, ਨਹੀਂ ਤਾਂ ਹੁਣ ਦਿਨ ਹੋਣ ਵਾਲਾ ਹੈ। ਹੋਰ ਕੀ ਉਪਰਾਲਾ ਹੋ ਸਕਦਾ ਹੈ? ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਜੀਕਰ ਗੱਜ ਜੈਸੇ ਮੂੜ ਦੇ ਬੰਧਨ ਆਪਨੇ ਕੱਟ ਦਿੱਤੇ, ਤਿਵੇਂ ਹੇ ਦੀਨ ਦਿਆਲ ਇਸ ਨੌਜਵਾਨ ਦੇ ਮਨ ਮਿਹਰ ਪਾ ਅਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰਾ ਦੇ, ਜਾਂ ਜਿਵੇਂ ਤੇਰੀ ਰਜਾ ਹੋਵੇ ਮਿਹਰ ਕਰ। ਹੁੱਦੇਦਾਰ, ਦੇਖ ਨੌਜਵਾਨ, ਇਹ ਕੀ ਹੈ? ਜਸਵੰਤ, ਇਹ ਗੋਲ ਚੀਜ਼ ਕੜਾ ਹੈ ਤੇ ਇਹ ਨਿੱਕੀ ਜਿਹੀ ਕਿਰਪਾਨ ਹੈ। ਹੁੱਦੇਦਾਰ, ਕੀ ਸਿੱਖ ਬੱਚੇ ਇਸ ਨਾਲ ਖੇਲਦੇ ਹਨ? ਜਸਵੰਤ, ਨਹੀਂ, ਇਹ ਬੱਚੇ ਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਪਰ ਇਹ ਜੋ ਆਪਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ ਅਰ ਕਿਸੇ ਲਾਡਲੀ ਮਾਂ ਦੇ ਬਣਵਾਏ ਹੋਏ ਹਨ, ਕਿਉਂਕਿ ਇਹਨਾਂ ਦੀ ਸਿਕਲ ਬਹੁਤ ਹੀ ਵਧੀਆ ਹੈ। ਹੁੱਦੇਦਾਰ, ਇੱਕ ਗੁਟਕਾ ਦਿਖਾ ਕੇ, ਇਹ ਕੀ ਹੈ? ਜਸਵੰਤ, ਨੀਝ ਲਗਾ ਕੇ, ਸਿੱਖਾਂ ਦੀ ਸਵੇਰ ਦੀ ਨਿਮਾਜ਼ ਹੈ। ਹੁੱਦੇਦਾਰ, ਜਪ ਨਿਸ਼ਾਨ ਹੈ? ਜਸਵੰਤ, ਜੀ ਹਾਂ, ਜਪ ਨਿਸ਼ਾਨ ਹੈ, ਬਹੁਤ ਸੁੰਦਰ ਲਿਖਿਆ ਹੈ। ਜਸਵੰਤ ਨੇ ਫੁਰਤੀ ਨਾਲ ਪੱਤਰੇ ਉਥਲਦਿਆਂ ਛੇਕੜ ਦਾ ਪੱਤਰਾ ਤੱਕਿਆ। ਚੰਦ ਦੇ ਚੰਨ ਨੇ ਡੂੰਘੀ ਨਜ਼ਰ ਜਮਾਈ। ਸ਼ਤਰੂਜੀਤ ਸਿੰਘ ਲਿਖਤ ਸਤਵੰਤੀ ਆਸ ਕੌਰ ਲਈ ਇਹ ਹਰਫ ਪੜ੍ਹ ਲਏ, ਫਿਰ ਕਹਿਣ ਲੱਗਾ, ਇਹ ਆਪ ਦੇ ਜੋ ਮੁਸਲਮਾਨ ਹੋ ਕਿਸ ਕੰਮ ਹਨ? ਹੁੱਦੇਦਾਰ, ਕੰਮ ਹਨ, ਫਿਰ ਕੀ ਮਰਜ਼ੀ ਹੈ? ਜਸਵੰਤ, ਕੌਲ ਕਰੋ। ਹੁੱਦੇਦਾਰ, ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਅਰ ਉਸ ਦੇ ਛਿਪਾ ਵਾਸਤੇ ਮਦਦ ਚਾਹੁੰਦੇ ਹੋ? ਜਸਵੰਤ, ਨਹੀਂ। ਹੁੱਦੇਦਾਰ, ਫਿਰ ਮੈਂ ਕੌਲ ਕਰਦਾ ਹਾਂ, ਪਰ ਅੱਲਾ ਨੂੰ ਜਾਮਣ ਦਿੰਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤਰ ਦੀ ਤਰ੍ਹਾਂ ਅੰਗ ਪਾਲਾਂਗਾ, ਤੂੰ ਵੀ ਕੌਲ ਦੇ। ਜਸਵੰਤ, ਮੈਂ ਕੌਲ ਕਰਦਾ ਹਾਂ ਅਰ ਬਹਿਸੀਅਤ ਸਿੱਖ ਦੇ ਕੌਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ, ਪਰ ਆਪ ਦੇ ਭੇਤ ਸੰਭਾਲਾਂਗਾ। ਹੁੱਦੇਦਾਰ, ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ, ਇਸ ਦੀ ਜ਼ੁਬਾਨ ਝੂਠ ਨਾਲ ਆਸ਼ਨਾ ਨਹੀਂ ਹੈ, ਪਰ ਫਿਰ ਪੁੱਛਦਾ ਹਾਂ ਕਿ ਕੀ ਇਸ ਕੌਲ ਵਿੱਚ ਤੂੰ ਆਪਣਾ ਅੱਲਾ ਜਾਮਨ ਦਿੰਦਾ ਹੈ? ਜਸਵੰਤ, ਜਿਸ ਵੇਲੇ ਸਿੱਖ ਬਹਿਸੀਅਤ ਸਿੱਖ ਕੌਲ ਕਰਦਾ ਹੈ ਉਸ ਵਿੱਚ ਅੱਲਾ ਆਪੇ ਜਾਮਨ ਹੁੰਦਾ ਹੈ, ਕਿਉਂਕਿ ਸਿੱਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿੱਚ ਵਸਦਾ ਹੈ। ਹੁੱਦੇਦਾਰ, ਅੱਛਾ, ਤਾਂ ਤੇਰਾ ਅੱਲਾ ਜਾਮਨ ਹੈ। ਲੈ ਹੁਣ ਤੂੰ ਦੱਸ ਕਿ ਤੈਨੂੰ ਕੀ ਲੋੜ ਹੈ? ਜਸਵੰਤ, ਮੇਰੀ ਜਾਮਾ ਤਲਾਸ਼ੀ ਨਾ ਹੋਵੇ। ਹੁੱਦੇਦਾਰ, ਕਿਸ ਕਰਕੇ? ਜਸਵੰਤ, ਮੈਂ ਆਪਣੇ ਸਰੀਰ ਨੂੰ ਗੈਰਾਂ ਦੇ ਹੱਥ ਲੱਗਣ ਦੇਣੋਂ ਨਫ਼ਰਤ ਖਾਂਦਾ ਹਾਂ। ਹੁੱਦੇਦਾਰ, ਸ਼ਾਬਾਸ਼, ਠੀਕ, ਪਰ ਤਲਾਸ਼ੀ ਦਾ ਹਰਜ ਤਾਂ ਕੋਈ ਨਹੀਂ। ਜਸਵੰਤ, ਜਾਰਾ ਤਾਂ ਕੋਈ ਨਹੀਂ, ਪਰ ਪ੍ਰਣਜੂ ਐਸਾ ਹੀ ਹੈ। ਹੋਰ ਤੁਸੀਂ ਇਹ ਭਰਮ ਨਾ ਕਰੋ ਕਿ ਮੈਂ ਚੋਰ ਹਾਂ ਜਾਂ ਕੋਈ ਖੁਨਾਮੀਆ ਹਾਂ। ਮੈਂ ਆਪ ਇੱਕ ਇੱਕ ਕਰਕੇ ਆਪ ਨੂੰ ਆਪਣੇ ਕੱਪੜੇ ਦੱਸ ਦਿੰਦਾ ਹਾਂ। ਤਸੱਲੀ ਕਰ ਲਵੋ ਜਾਂ ਮੇਰੇ ਬਚਨ ਤੇ ਅਮੰਨਾ ਕਰੋ, ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਇਸ ਸਿੱਖ ਪਾਸ ਹੀਰਾ ਨਹੀਂ ਹੈ। ਹੁੱਦੇਦਾਰ, ਮੈਂ ਨਹੀਂ ਸਮਝਦਾ ਦੋਸ਼ ਕੀ ਹੈ। ਜਸਵੰਤ, ਤੁਸੀਂ ਸਿੱਖ ਨਹੀਂ ਹੋ, ਮੁਸਲਮਾਨ ਹੋ, ਸਾਡੇ ਅਰ ਖਾਸ ਕਰ ਮੇਰੇ ਹਜੇ ਭੇਤੀ ਨਹੀਂ ਹੋ, ਇਸ ਕਰਕੇ ਸਮਝ ਨਹੀਂ ਸਕਦੇ। ਹੁੱਦੇਦਾਰ, ਨਹੀਂ, ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲਮਾਨ ਨਾਲ ਛੂਣੋ ਪਰਹੇਜ਼ ਕਰਦੇ ਹੋ, ਪਰ ਭਲਾ ਜੇ ਛੂਹਿਆ ਜਾਵੇ ਜਾਂ ਸਾਡਾ ਖਾ ਪੀ ਬੈਠੇ ਤਾਂ ਬਸ ਗਿਆ। ਜਸਵੰਤ, ਨਹੀਂ ਜੀ, ਅਸੀਂ ਆਪਣੇ ਵਿਛੜਿਆਂ ਨੂੰ ਮੇਲ ਲੈਂਦੇ ਹਾਂ ਤੇ ਭਟਕ ਗਿਆਂ ਨੂੰ ਫਿਰ ਵਾੜੇ ਵਾੜ ਲੈਂਦੇ ਹਾਂ। ਹੁੱਦੇਦਾਰ, ਲੰਮਾ ਸਾਹ ਲੈ ਕੇ, ਅੱਛਾ, ਤੁਸੀਂ ਮੇਥੋਂ ਬਸ ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ? ਜਸਵੰਤ, ਬਸ ਇਤਨੀ। ਹੁੱਦੇਦਾਰ,
ਫਿਰ ਹੋਰ ਡੋਲ ਬਚਾਓ ਦੀ ਕੋਈ ਨਹੀਂ ਸਿਵਾ ਇਸ ਦੇ ਕਿ ਮੇਰੇ ਨਾਲ ਆਓ ਤੇ ਚੱਲ ਕੇ ਇਹ ਕੱਪੜੇ ਲਾ ਕੇ ਮੁਸਲਮਾਨਾਂ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਤੇ ਮੇਰੇ ਤੰਬੂ ਵਿੱਚ ਘੋੜੇ ਦੀ ਸੇਵਾ ਵਿੱਚ ਲੱਗ ਜਾਓ। ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨ ਲਈ ਲਾ ਲਵਾਂਗਾ, ਇਉਂ ਪਤਾ ਨਾ ਲੱਗੇਗਾ। ਹੋਰ ਕਾਫਲੇ ਵਿੱਚ ਰਹਿ ਕੇ ਬਚਾਓ ਕਠਿਨ ਹੈ, ਨਾਲੇ ਪਤਾ ਨਹੀਂ ਹੈ ਕਿ ਜੇ ਚੋਰ ਮਿਲ ਗਿਆ ਤਾਂ ਸਾਰੇ ਕਾਫਲੇ ਨਾਲ ਕੀ ਬਣੇ ਤੇ ਮੇਰੇ ਨੌਕਰਾਂ ਵਿੱਚ ਤਾਂ ਤੂੰ ਸਲਾਮਤ ਰਹੇਗਾ। ਇਹ ਕਹਿ ਕੇ ਉਸਨੇ ਇਸ਼ਾਰਾ ਕੀਤਾ ਤੇ ਪਰੇ ਜਾ ਖਲੋਤਾ। ਇਧਰ ਜਸਵੰਤ ਨੇ ਬੁੱਢੇ ਨੂੰ ਜਗਾ ਕੇ ਕਿਹਾ ਕਿ ਮੈਂ ਕਿਤੇ ਜਾਣਾ ਹੈ, ਪਰਸੋਂ ਤੁਹਾਨੂੰ ਮਿਲ ਪੈਸਾ, ਨਾ ਮੇਰੀ ਤਲਾਸ਼ ਕਰਨੀ ਨਾ ਫਿਕਰ ਕਰਨਾ। ਬਿਰਧ ਹੈ ਜਸਵੰਤ ਚੁੱਪ, ਬੋਲਣ ਦਾ ਵੇਲਾ ਨਹੀਂ ਹੈ। ਮੈਂ ਅੱਗੇ ਸਦਾ ਬਚਨ ਪੂਰੇ ਕੀਤੇ ਹਨ, ਹੁਣ ਵੀ ਕਰਸਾਂ, ਤੁਸੀਂ ਬੇਗਮ ਹੋ ਜਾਓ। ਇਹ ਕਹਿ ਕੇ ਜਸਵੰਤ ਸਿੰਘ ਉਸ ਹੁੱਦੇਦਾਰ ਦੇ ਨਾਲ ਨਿਰਭੈ ਚਲਿਆ ਗਿਆ। ਉਸ ਦੇ ਤੰਬੂ ਵਿੱਚ ਜਾ ਕੇ ਸਾਈਜ਼ ਦੇ ਕੱਪੜੇ ਮੁਸੱਕਲ ਕੇ ਪਠਾਨ ਮੁੰਡੇ ਦੇ ਪਾ ਲਏ ਤੇ ਆਪਣੇ ਲਾ ਕੇ ਸਾਂਭ ਦਿੱਤੇ। ਹੁੱਦੇਦਾਰ ਨੂੰ ਯਕੀਨ ਤਾਂ ਪਹਿਲੇ ਹੀ ਆ ਗਿਆ ਸੀ, ਪਰ ਲੱਥੇ ਕੱਪੜਿਆਂ ਤੋਂ ਹੋਰ ਤਸੱਲੀ ਹੋ ਗਈ ਕਿ ਇਸ ਨੌਜਵਾਨ ਪਾਸ ਹੀਰਾ ਨਹੀਂ ਹੈ। ਘੋੜੇ ਦੇ ਪਾਸ ਜੋ ਸਾਈਜ਼ ਸੁੱਤਾ ਪਿਆ ਸੀ ਉਸ ਨੂੰ ਜਗਾ ਕੇ ਉਹ ਨਾਲ ਲੈ ਗਿਆ ਤੇ ਫਿਰ ਗਸ਼ਤ ਕਰਨ ਚੜ ਪਿਆ। ਦੂਸਰੀ ਚੌਂਕੀ ਤੇ ਜਾ ਕੇ ਉਸਨੇ ਆਪਣੇ ਬਾਲਗੀਰ ਨੂੰ ਇੱਕ ਕੰਮ ਤੇ ਲਗਾ ਦਿੱਤਾ ਤੇ ਆਪ ਡੇਰੇ ਆ ਗਿਆ। ਜਸਵੰਤ ਦੇ ਜੀਵਨ ਦੇ ਖਖੇੜ ਬਖੇੜ ਦੇਖੋ। ਕਿਸੇ ਵੇਲੇ ਦੈਵੀ ਮਾਪਿਆਂ ਦੀ ਲਾਡਲੀ ਧੀ ਸਤਸੰਗੀਆਂ ਦੇ ਪਰਿਵਾਰ ਵਿੱਚ ਪਿਛਲੇ ਜਨਮ ਦੀ ਮਾਨੋ ਯੋਗੀ ਲੜਕੀ ਆਨੰਦ ਹੁਲਾਰੇ ਪੈ ਰਹੀ ਹੈ। ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿੱਚ ਵਿਕ ਰਹੀ ਹੈ। ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾ ਰਹੀ ਹੈ। ਕਿਸੇ ਵੇਲੇ ਕੈਦਾਂ ਕੱਟ ਰਹੀ ਹੈ। ਕਿਸੇ ਵੇਲੇ ਸਤਸੰਗ ਲਾ ਰਹੀ ਹੈ। ਅੱਜ ਗਰੀਬ ਦੁਖੀਆ ਸਾਈਸ ਬਣ ਕੇ ਘੋੜੇ ਦੇ ਪਾਸ ਘਾਸ ਦੇ ਬਿਸਤਰੇ ਤੇ ਲੇਟ ਰਹੀ ਹੈ। ਅਫਸਰ ਨੂੰ ਜੋ ਆਗਾ ਖਾਨ ਕਹਿਲਾਉਂਦਾ ਹੈ ਤੇ ਜੋ 200 ਸਵਾਰ ਦਾ ਵੱਡਾ ਹੈ ਅਰ ਇਸ ਕਾਫਲੇ ਨੂੰ ਪਿਸ਼ਾਵਰ ਅਪੜਾਉਣ ਚੱਲਿਆ ਹੈ, ਇੱਕ ਅਚਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ ਨੌਕਰੀ, ਪਰੰਤੂ ਉੱਪਰ ਕਿਹਾ ਮਾਜਰਾ ਦੱਸਦਾ ਹੈ ਕਿ ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ। ਪਰ ਨਹੀਂ, ਦਿਲਾਂ ਦੇ ਸਾੜ ਬੁਰੇ। ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੋ ਹੀ ਹਾਲ ਹੁੰਦਾ ਹੈ। ਰਾਤ ਹੁਣ ਥੋੜੀ ਜਿਹੀ ਸੀ। ਆਗਾ ਖਾਨ ਥੱਕ ਗਿਆ ਸੀ, ਆ ਕੇ ਲੇਟ ਗਿਆ। ਬੇਚੈਨੀ ਬਹੁਤ ਵੱਧ ਗਈ ਸੀ। ਭਾਵੇਂ ਉਸਨੂੰ ਆਪਣੇ ਕੰਮ ਵਿੱਚ ਇੱਕ ਮਦਦਗਾਰ ਮਿਲ ਗਿਆ ਸੀ, ਪਰ ਹਜੇ ਮੁਸ਼ਕਲਾਂ ਦਾ ਸਾਹਮਣਾ ਸੀ। ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ ਅਤੇ ਰੋ ਰੋ ਪੈਂਦਾ ਸੀ। ਕਦੇ ਕਿਸੇ ਵੇਲੇ ਠੰਡੇ ਸਾਹ ਲੈ ਉੱਠਦਾ ਸੀ, ਕਦੇ ਡਾਢੇ ਕ੍ਰੋਧ ਵਿੱਚ ਆ ਮੁਹਾਰੇ ਦੰਦ ਕਰੀਚ ਉੱਠਦਾ ਸੀ। ਇਸੇ ਰੰਗ ਵਿੱਚ ਹੀ ਨੀਂਦ ਆ ਗਈ। ਸੂਰਜ ਚੜ੍ਹੇ ਤੱਕ ਇਸ ਦੇ ਥੱਕੇ ਸਰੀਰ ਨੇ ਆਰਾਮ ਕੀਤਾ। ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ। ਆਗਾ ਖਾਨ ਨੂੰ ਕੂਚ ਦੀ ਕਾਹਲ ਸੀ। ਉਸਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰਵਾਈ। ਦੁਪਹਿਰ ਤੋਂ ਬਾਅਦ ਵੇਲ ਹੋ ਗਈ। ਅਮੀਰ ਪਾਸ ਖਬਰ ਗਈ ਕਿ ਕਾਫਲੇ ਵਿੱਚ ਚੀਜ਼ ਨਹੀਂ ਹੈ, ਹੁਕਮ ਹੋਵੇ ਤਾਂ ਕਾਫਲਾ ਟੁਰੇ। ਸਾਂਝ ਵੇਲੇ ਟੁਰਨ ਦਾ ਹੁਕਮ ਆ ਗਿਆ। ਐਡੀ ਛੇਤੀ ਹਜੇ ਭਾਵੇਂ ਹੁਕਮ ਨਾ ਆਉਂਦਾ, ਪਰ ਚੋਰ ਕਿਸੇ ਹੋਰ ਤਰ੍ਹਾਂ ਨਾਲ ਤੇ ਹੋਰ ਥਾਂ ਤੋਂ ਅੱਜ ਹੀ ਫੜਿਆ ਗਿਆ ਸੀ ਅਰ ਉਹ ਹੀਰਾ ਮਿਲ ਗਿਆ ਸੀ। ਰਾਤ ਨੂੰ ਡੇਰਾ ਉੱਥੇ ਹੀ ਰਿਹਾ। ਆਗਾ ਖਾਨ ਨੂੰ ਬੇਚੈਨੀ ਖਾ ਰਹੀ ਸੀ। ਉਸਦੀ ਵਿਉਂਤ ਦਾ ਅੱਧ ਹਿੱਸਾ ਅੱਜ ਹੀ ਫੈਸਲਾ ਹੋਣਾ ਚਾਹੀਦਾ ਸੀ, ਪਰ ਜਦ ਤੱਕ ਕਿ ਕੋਈ ਸੱਜਣ ਭੇਤੀ ਮਦਦਗਾਰ ਨਾ ਬਣੇ ਕੰਮ ਸਿਰੇ ਨਹੀਂ ਚੜ ਸਕਦਾ ਸੀ। ਜਸਵੰਤ ਸਿੰਘ ਉਸਨੇ ਮਦਦਗਾਰ ਲੱਭ ਤਾਂ ਲਿਆ ਸੀ ਤੇ ਭੇਤੀ ਵੀ ਬਣਾ ਲਿਆ ਸੀ, ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾ, ਕਿ ਜਿੰਨਾ ਕਰ ਚੁੱਕਾ ਹਾਂ ਓਨਾ ਹੀ ਬਹੁਤ ਹੈ। ਇਹ ਸੋਚ ਸੀ ਜੋ ਉਸਨੂੰ ਖਾ ਰਹੀ ਸੀ। ਜੇਕਰ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਇਤਨਾ ਕਿਉਂ ਡਰ ਹੈ, ਤਦ ਉਸਨੂੰ ਇੱਕ ਐਸਾ ਭੇਤ ਮਾਲੂਮ ਹੋ ਜਾਂਦਾ ਜਿਸ ਦੀ ਜ਼ਮਾਨਤ ਉੱਤੇ ਉਹ ਆਪਣਾ ਭੇਤ ਉਸ ਨਾਲ ਹੋਰ ਸਾਂਝਾ ਕਰ ਲੈਂਦਾ। ਭਾਵੇਂ ਉਸਦੀ ਨੇਕੀ ਤੇ ਸੱਚਾਈ ਉਸਦੇ ਮਨ ਨੂੰ ਖਿੱਚ ਰਹੀ ਸੀ, ਪਰ ਹਜੇ ਕਲੇਜੇ ਵਿੱਚ ਡਰ ਉੱਠ ਹੀ ਖੜੋਂਦਾ ਸੀ। ਧੰਨਵਾਦ।